यूनिट नंबर 3 है कंडेंस्ड मैटर फिजिक्स। कॉपी के पहले हेडिंग पा लो कि जैसा सारा टॉपिक है होना चला होएगा असली डायरेक्ट लैक्टिस रेसिप्रोकल लैक्टिस और एक्सपेरिमेंटल मैथडोलॉजी कितना होता है ਤੇ ਥਿਊਰੀ ਦੇ ਵਿੱਚ ਅਸੀਂ ਕਿਹੜੇ ਦੋ ਫੈਕਟਰ ਐਡ ਕਰੀਦੇ ਆਪਣੀ ਕੈਲਕੂਲੇਸ਼ਨ ਦੇ ਵਿੱਚ ਸੋ ਦੈਟ ਸਾਡੇ ਐਕਸਪੈਰੀਮੈਂਟਲ ਵਿੱਚ ਮੈਚ ਹੋ ਜਾਣ ਉਹ ਦੋ ਪੜ੍ਹ ਲਿਆ ਸਕਦਾ ਜੇ ਲਾਸਟ ਦੋ ਫੈਕਟਰ ਪੜ੍ਹੇ ਸੀ ਐਟੋਮਿਕ ਸਕੈਟਰਿੰਗ ਫੈਕਟਰ ਦੂਜਾ ਜਿਹੜਾ ਸੀ ਜਿਓਮੈਟ੍ਰਿਕਲ ਸਟਰਕਚਰ ਫੈਕਟਰ ਬੜੇ ਇੰਪੋਰਟੈਂਟ ਹੈ ਉਹ ਵੀ ਡਨ ਕਰ ਲਿਆ 10 12 ਨੰਬਰ ਦੇ ਆਰਟੀਕਲ ਹੈਗੇ ਹੁਣ ਜਿਹੜਾ ਸਾਡਾ ਨੈਕਸਟ ਟੌਪਿਕ ਹੋਏਗਾ ਦੈਟ ਇਜ਼ लैटिस वाइब्रेशन मेन ਅਸੀਂ ਹੁਣ ਪੜਾਂਗੇ ਕਿ ਲੈਟਿਸ ਨੂੰ ਸਟੱਡੀ ਤਾਂ ਕਰ ਲਿਆ ਲੈਟਿਸ ਆਬਜ਼ਰਵ ਕੀ ਕਰਦਾ ਲੈਟਿਸ ਦੀ ਕਿਹੜੀ ਪ੍ਰੋਪਰਟੀ ਇੱਕ ਹੁੰਦੀ ਹੈ ਆਪਟੀਕਲ ਪ੍ਰੋਪਰਟੀ ਤੇ ਦੂਜੀ ਹੈ ਥਰਮਲ ਪ੍ਰੋਪਰਟੀ ਮੇਨ ਸਾਡਾ ਕੰਮ ਇਹ ਹੈਗਾ ਜੇ ਟ੍ਰਾਂਸਪੇਰੈਂਟ ਲੈਟਿਸ ਹੈਗਾ ਉਹਦੇ ਚ ਲਾਈਟ ਕਿੱਦਾਂ ਪਾਸ ਕਰਕੇ ਬਾਹਰ ਨਿਕਲਦੀ ਪਈ ਉਹ ਪੜਾਂਗੇ ਜੇ ਓਪੇਕ ਹੈਗਾ ਲਾਈਟ ਤਾਂ ਨਹੀਂ ਪਾਸ ਕਰੇਗੀ ਫਿਰ ਹੀਟਿੰਗ ਪ੍ਰੋਪਰਟੀ ਸਟੱਡੀ ਕਰਾਂਗੇ ਜਿਸ ਚ ਆਪਾਂ ਸਪੈਸੀਫਿਕ ਹੀਟ ਪੜਾਂਗੇ ਉਹਨਾਂ ਦੀਆਂ ਲੋ ਟੈਂਪਰੇਚਰ ਤੇ ਹਾਈ ਟੈਂਪਰੇਚਰ ਤੇ लाइट हो गए या मेरे को लॉन्गिट्यूडल वेव साउंड हो गए या थर्मल वेव हो गए वो लैटिस के नाल कितना इंटरैक्ट करेगी लैटिस के विच की चेंजेस आएंगे वो असीं पढ़ांगे ते शुरू करांगे इत्थों लैटिस वाइब्रेशन ਜਦੋਂ ਤੁਸੀਂ ਕਿਸੇ ਵੀ ਲੈਟਿਸ ਪੁਆਇੰਟ ਤੇ એનર્ਜੀ ਸਪਲਾਈ ਕਰੋਗੇ ਚਾਹੇ ਉਹ ਲਾਈਟ ਹੋਵੇ ਚਾਹੇ ਸਾਊਂਡ ਹੋਵੇ ਉਹ ਕੀ ਕਰਨਗੇ ਟਾਈਟਲੀ ਪੈਕ ਨੂੰ ਵਾਈਬ੍ਰੇਟ ਕਰਨਗੇ ਵਾਈਬ੍ਰੇਟ ਕਰਕੇ ਇਹਨਾਂ ਦੀ ਪਹਿਲਾਂ એનર્ਜੀ ਲੋ ਹੋਏਗੀ ਫਿਰ ਕੀ ਹੋ ਜਾਏਗੀ ਹਾਈ और थोड़े जे अनस्टेबल हो जाएंगे फिर ग्राउंड लेवल पे वापस आके जिवें इलेक्ट्रॉन जंप करता ठीक है तो वो एनर्जी एमिट करते हैं वो जो इलेक्ट्रॉनिक ट्रांजिशन होंदियां सी जो इलेक्ट्रॉन एनर्जी एब्जॉर्ब करके ऊपर जंप करता है फिर ऊपर थल्ले आंदा है वो फोटोन एमिट करता है तो फोटोन होंदी इलेक्ट्रोमैग्नेटिक वेव का पार्टिकल है ठीक है सॉलिड दे विच असीं सारे सॉलिड च लाइट नहीं आएगी ठीक है जो ट्रांसपेरेंट सॉलिड्स है उन्हां च आपां लाइट वाली प्रॉपर्टी स्टडी करांगे जो ओपेक है वुड ही मान लें एग्जांपल लैटिस का नहीं है बट एक ओपेक ऑब्जेक्ट है या कोई भी मैटर है ओपेक ऑब्जेक्ट है ਉਹਦੇ ਵਿੱਚ ਜਦੋਂ ਅਸੀਂ ਉਹਨੂੰ ਹੀਟ ਕੀਤਾ ਜਾਂ ਉਹਦੇ ਉੱਤੇ ਅਸੀਂ ਕੋਈ ਸਾਊਂਡ ਵੇਵ ਜਾਂ ਥਰਮਲ ਵੇਵ ਕੋਈ ਵੀ ਇਨਫਲੂਐਂਸ ਕਰਵਾਈ ਉਹਦੇ ਨਾਲ ਸਾਰੇ ਜਿਹੜੇ ਲੈਟਿਸ ਦੇ ਪੁਆਇੰਟ ਹੋ ਗਏ ਵਾਈਬ੍ਰੇਟ ਕਰਨਗੇ ਠੀਕ ਹੈ ਅਸੀਂ ਇਹਦੇ ਬਾਰੇ ਪੜਾਂਗੇ ਠੀਕ ਹੈ ਸ਼ੁਰੂ ਕਰਦੇ ਜਿਵੇਂ मान के चलेंगे कि दो एटम है नियरेस्ट लैटिस पॉइंट है एक ते मास m1 पे एक ते मास कितना पे m2 अगर आइडेंटिकल है तो दोवां दे मास की होएगा ਇਹ ਬਹੁਤ ਟਾਈਟਲੀ ਪੈਕਡ ਹੈ ਇਹਨਾਂ ਦੇ ਵਿੱਚ ਜਿਹੜਾ ਡਿਸਟੈਂਸ ਹੁੰਦਾ ਉਹਨੂੰ ਆਪਾਂ ਕਹਿੰਦੇ r0 ਕੀ ਕਹਿੰਦੇ ਇਹਨੂੰ ਰੂਮ ਟੈਂਪਰੇਚਰ ਤੇ ਆ ਡਿਸਟੈਂਸ ਫਿਕਸਡ ਹੁੰਦਾ ਚੇਂਜ ਨਹੀਂ ਹੁੰਦਾ ਆ ਡਿਸਟੈਂਸ ਤੇ ਇਹਨਾਂ ਦੇ ਵਿੱਚ ਜਿਹੜੀ ਪੋਟੈਂਸ਼ੀਅਲ એનર્ਜੀ ਹੈਗੀ ਉਹ ਮਿਨੀਮਮ ਹੋਏਗੀ ਉਹਨੂੰ ਕਹਾਂਗੇ ਇਕੁਇਲਿਬਰੀਅਮ ਪੋਜੀਸ਼ਨ ਤੇ ਜੇ ਪੋਟੈਂਸ਼ੀਅਲ એનર્ਜੀ ਦੀ ਗ੍ਰਾਫ ਦੇਖੀ ਨਾ ਇਦਾਂ ਦਾ ਕੁਝ ਗ੍ਰਾਫ ਬਣਦਾ ਹੁੰਦਾ पोटेंशियल एनर्जी के डिस्टेंस इस ग्राफ ਦੇ ਵਿੱਚ ਦੇਖੋ ਕਿ ਕੁਝ ਪਾਰਟ ਪੋਜ਼ਿਟਿਵ એનર્ਜੀ ਦਾ ਵੀ ਹੈ ਕੁਝ ਪਾਰਟ ਕਿਹਦਾ ਹੈ ਨੈਗੇਟਿਵ ਸੋ ਜਦੋਂ ਵੀ ਪਾਰਟੀਕਲ ਸੈਟਅਪ ਹੁੰਦੇ ਉਹਨਾਂ ਦੇ ਵਿੱਚ ਕੁਝ ਕੈਰੈਕਟਰਿਸਟਿਕਸ ਹੁੰਦੇ ਜਿਹੜੇ ਰਿਪਲਸਿਵ ਹੁੰਦੇ ਤੇ ਕੁਝ ਕੈਰੈਕਟਰ ਜਿਹੜੇ ਹੁੰਦੇ ਅਟਰੈਕਟਿਵ ਜੇ ਐਗਜ਼ਾਮਪਲ ਹੈ ਇੱਕ ਐਟਮ ਹੈ ਦੂਜਾ ਐਟਮ ਨੇਬਰਿੰਗ ਹੈ ਸੈਂਟਰ ਤੇ ਕੀ ਹੈ ਪੋਜ਼ਿਟਿਵ ਆਲੇ ਦੁਆਲੇ ਕੌਣ ਹੁੰਦਾ ਹੈ ਇਲੈਕਟ੍ਰੋਨ ਆ ਇਲੈਕਟ੍ਰੋਨ ਤੇ ਆ ਇਲੈਕਟ੍ਰੋਨ ਨੇ ਕੀ ਕਰਨਾ ਹੈ ਆ ਨਿਊਕਲੀਅਸ ਨੇ ਕੀ ਕਰਨਾ ਹੈ आ इलेक्ट्रॉन दिया न्यूक्लियस ने ते आ न्यूक्लियस से इलेक्ट्रॉन की करना है अट्रैक्ट देयर आर सम अट्रैक्टिव फोर्सेस देयर आर सम ਜਿਹਦੇ ਕਰਕੇ ਉਹ ਆਪਣੇ ਆਪ ਨੂੰ ਐਡਜਸਟ ਕਰਨਗੇ ਜੇ ਤੁਸੀਂ ਉਹਨਾਂ ਡਿਸਟੈਂਸ ਇਸ ਡਿਸਟੈਂਸ ਤੋਂ ਘਟਾਉਂਦੇ ਹੋ ਪਿੱਛੇ ਲੈ ਕੇ ਆਉਂਦੇ ਹੋ ਮੀਨ ਬਹੁਤ ਕੋਲ ਲੈ ਆਉਂਦੇ ਹੋ ਤਾਂ ਰਿਪਲਸਿਵ ਫੋਰਸ ਸਟਰੋਂਗ ਹੋਗੀ ਪੋਟੈਂਸ਼ੀਅਲ ਐਨਰਜੀ ਪੋਜ਼ਿਟਿਵ ਹੋ ਜਾਏਗੀ ਉਹ ਐਗਜ਼ਿਸਟ ਨਹੀਂ ਕਰਨਗੇ ਉਹ ਫਟਾਫਟ ਵਾਪਸ ਆਪਣੀ ਸਟੇਟ ਦੇ ਵਿੱਚ ਆਣਗੇ ਜੇ ਤੁਸੀਂ ਐਵਰੀ ਇਕੁਇਲਿਬਰੀਅਮ ਤੋਂ ਅਵੇ ਲੈ ਜਾਂਦੇ ਹੋ ਤੇ ਪੋਟੈਂਸ਼ੀਅਲ ਐਨਰਜੀ ਆਲਮੋਸਟ ਕੀ ਹੋ ਗਈ ਨੀਅਰਲੀ 0 ਹੋ ਗਈ ਹੈ जीरो होने का मीनिंग वो एक न्यूट्रल सेटअप हो गया की हो गया स्टेबल नहीं है बट न्यूट्रल हो गया वो न्यूट्रल की एग्जांपल स्टेबल के अनस्टेबल की होंगी आ चौक हाथ से पड़ी मेरे ठीक है एंड हल्का है कुछ कितने आगे चली गई इधर आ गई उधर चली गई ठीक है यहाँ टेबल पे चौक रखी हुई है बिल्कुल रस्ते पे ही इधर कितना अगे जा रही है रोक कौन रहे फ्रिक्शन जो फ्रिक्शन ना होंगी तो अगे चलती रहती यह होंगे न्यूट्रल इक्विलिब्रियम की कहना इन्हों एक इक्विलिब्रियम आया मेरे को दूसरा न्यूट्रल का कोई फायदा नहीं है साडे वास्ते क्योंकि वो किसी भी टाइम पे तुसी थोड़ी जी फोर्स लगाओगे सारा सेटअप बदल जाएगा दूसरा इक्विलिब्रियम है वाला बॉल एक बाउल दे बॉटम ते पई हुई है इन्हें मैं हल्का सा पुश किया आगे ए थोड़ा सा ता गई फिर वापस की आ गई फिर इधर तो गई फिर वापस की आ जाएगी इधर करते करते ने की आया फाइनली वापस उस जगह ते आना इन्हें कहते हैं स्टेबल इक्विलिब्रियम तो जिन्हें भी सारे लेटेस्ट पॉइंट है सारे किच बैठे हुए हैं तो ये थोड़ी जी भी इंसिडेंट एनर्जी हीट करके या साउंड के नाल या लाइट नाल पाओगे ये वाइब्रेट करेंगे थोड़ा अगे जाएंगे तो फिर की आ जाएंगे वापस
फिर पिछे जाएंगे, फिर की आ जाएंगे वापस। हो सकता टाइम ड्यूरेशन थोड़ी लंबी हो जाए, बट अल्टीमेटली इन्होंने आना ऐसे जगह से कि इक्विलिब्रियम बैठे हुए हैं स्टेबल चढ़े। स्टेबल पोटेंशियल एनर्जी मिनिमम होती है, बट एक इक्विलिब्रियम इतना नहीं बाउल उठा पे टॉप पे बड़ी मुश्किल चौक सेट की रुकी हुई है, इन्हों हल्का है बस पुश ही किया, फिर तो बाद की हो गई थले डिग गई, वापस आएगी। इन्हों कहते हैं अनस्टेबल इक्विलिब्रियम। जिन्ने भी लैटिस देख रहे हो, क्रिस्टल भी देखते पे हो, वो सारे स्टेबल इक्विलिब्रियम च है, कोई भी न्यूट्रल च नहीं है तो कोई भी अनस्टेबल इक्विलिब्रियम दे विच नहीं है। ठीक है, हुण इहनूं स्टडी करने दो चीज़ां पढ़नी पैनी, लिखो। ठीक है, लैटिस वाइब्रेशन बाय क्लासिकल एंड क्वांटम, क्लासिकल एंड बाय क्लासिकल एंड क्वांटम मैकेनिक्स, दो चीज़ां पढ़ांगे। क्लासिकली असीं मन के चलांगे क्या मास या मास एक स्प्रिंग के नाल बनने हुए हैं, मान के चलते हैं, क्योंकि जे इनू जे मैं अगे नूं पुश करदा ए वापस आंदा है, जे मैं इधर खिंचदा तां भी वापस आंदा है, ए तां ही पॉसिबल है जे एक दूसरे स्प्रिंग के नाल जुड़े होंगे। मान के चलने वैसे स्प्रिंग नहीं है, ठीक है, असल च फोर्स पिच करके दी होंदी है, कंजरवेटिव फोर्स होंदी, कंजरवेटिव इलास्टिक फोर्स। तो सारे तुहानूं पता है कि F इक्वल टू की हुंदा है माइनस ते पोटेंशियल एनर्जी कितनी होंदी है हाफ के x स्क्वायर। किसी भी टाइम पे जे इनू धक्का देता, किसी भी टाइम पे ये आगे जाएगा फिर वापस भी मुड़ेगा। इस तो दो एनर्जी होनी है, केड़ी केड़ी, हाफ के एक्स स्क्वायर, एक केड़ी होगी हाफ एन वी स्क्वायर, एन कहांगे टोटल एनर्जी की कहांगे ते ए टोटल एनर्जी की देखो होंदी दोनों सम अगर देखा जाए ये होंदा हाफ के ए स्क्वायर की होंदी हाफ के एक ही चीज की एम्पलीट्यूड मैक्सिमम कितनी दूर तक तुसी कंप्रेस कर सकते हो या कितनी दूर तक तुसी स्ट्रेच कर सकते हो। ए कांस्टेंट है की जे मैं लैटिस के ऊपर अपनी मर्जी के नाल एनर्जी इंसिडेंट करी जावां, पहला थोड़ी इंसिडेंट एनर्जी की ते एम्पलीट्यूड थोड़ा आया, फिर मैं थोड़ी होर एनर्जी प्रोवाइड की, एम्पलीट्यूड की हो गया होर बढ़ गया, होर ज़्यादा एनर्जी प्रोवाइड की तो एम्पलीट्यूड की हो गया होर इंक्रीज हो गया। इतों इंफॉर्मेशन है मिली कि क्लासिकली कोई फिक्स्ड एनर्जी लैटिस की नहीं है, जितनी एनर्जी प्रोवाइड करोगे उतनी ही मिलेगी। इट इज़ कंटिन्यूस। अपनी कॉपी के आप 3 फॉर्मूले लिख लो, तो लिख लो क्लासिकली total energy of any lattice point is continuous। की है continuous इस करके जो ताड़ा A है 1 भी हो सकता है, 1.01 भी हो सकता है, 1.012 भी हो सकता है, 2.09 कुछ भी हो सकता है, इट इज कंटिन्यूस। ऐसी क्लासिकल की ते क्लासिकल व्यू दसण दी लोड़ नहीं बहुत ज़्यादा, क्योंकि ये सारी चीज़ां तुसीं हुक्स लॉ भी पढ़िया होया ते तुहानूं पोटेंशियल भी पता है ते काइनेटिक भी पता। हुण अगे हेडिंग पाओ क्वांटम मैकेनिकल व्यू ते क्वांटम मैकेनिक्स पढ़ा है ਅਸੀਂ ਇਹ ਸਾਨੂੰ ਥੋੜਾ ਜਿਹਾ ਪਰ ਰਿਵਾਈਜ਼ ਕਰ ਲੈਣੇ ਤੇ ਤੁਹਾਨੂੰ ਕੁਆਂਟਮ ਮੈਕੈਨਿਕਲੀ ਅਗਰ ਸਿਸਟਮ ਸੋਲਵ ਕਰਨਾ ਹੋਵੇ ਤੁਹਾਨੂੰ ਪਤਾ ਹੈ h phi equal to ਹੁਣ phi ਦੇ ਵਿੱਚ ਕੀ ਚੀਜ਼ ਹੈ ਵੇਵ ਫੰਕਸ਼ਨ। ਇਸ ਕੇਸ ਚ ਕਿਹੜੀ ਵੇਵ ਦੀ ਗੱਲ ਕਰ ਰਹੇ ਹਾਂ ਅਸੀਂ, ਜਿਹੜੀ ਵੇਵ ਲੈਟਿਸ ਨੂੰ ਵਾਈਬ੍ਰੇਟ ਕਰਾ ਰਹੀ ਹੈ। ਠੀਕ ਹੈ, तो लैटिस ਨੂੰ ਵਾਈਬ੍ਰੇਟ ਕਰਵਾਉਣ ਵਾਲੀ ਵੇਵ ਕਿਹੜੀ ਹੋਏਗੀ ਮੇਰੇ ਕੋ, ਜਿਹੜੀ ਇਨਸੀਡੈਂਟ એનર્ਜੀ। ਠੀਕ ਹੈ, ਜੇ ਤਾਂ ਮੇਰੇ ਕੋ ਟ੍ਰਾਂਸਪੇਰੈਂਟ ਕ੍ਰਿਸਟਲ ਹੈਗਾ जिसे रिफ्रैक्शन हो सकती है तो फिर मैं लाइट वेव भी लैके जिस फोटोन होंगी। जे मेरे को सॉलिड है मैटल है ओपेक है, फिर मैं लाइट का काम नहीं आएगा, फिर वो अंदर पहुँच जाएगा साउंड पहुँच जाएगा। तो पता साउंड की स्पीड एयर से ज़्यादा होती है कि सॉलिड। ट्रेन के ट्रैक से ना कान लाओ ना, ट्रेन मेरे नहीं आती भी ट्रैक से, बट कान लाइए तो ट्रैक से आवाज़ आती भी है। मतलब की है कि ट्रेन की जी साउंड सी ना वो ट्रैक से ज़्यादा तेजी आ गई, अराउंड 6000 मीटर पर सेकेंड नाल, एयर च कितनी स्पीड नाल आती है 340 मीटर पर सेकेंड नाल। ठीक है, तो सॉलिड से जो असं प्रॉपर्टी स्टडी करनी तो सू साउंड वेव स्टडी करनी पैंती है। ठीक है, हुण एच की होंदा है हैमिल्टोनियन की चीज़ होंदी है, ये ऑपरेटर है पता ना कि जिन्हें भी ऑब्जर्वेबल क्वांटिटीज होंदी हैं क्लासिकल मैकेनिक दे विच वो सारियां की बन जांदियां ऑपरेटर बन जांदे हैं क्वांटम। एच ऑपरेटर दो होंदे, एक काइनेटिक एनर्जी किहड़ा होंदा सी ਤੇ ਕਾਈਨੈਟਿਕ એનર્ਜੀ ਨੂੰ ਕਿਦਾਂ ਲਿਖਦੇ ਆ p² 2m ਪੋਟੈਂਸ਼ੀਅਲ એનર્ਜੀ ਨੂੰ v ਲਿਖ ਦਿੰਦਾ ਮੈਂ, ਕਿਉਂਕਿ ਬੁੱਕ ਦੇ ਵਿੱਚ v ਲਿਖਿਆ ਹੋਇਆ। ਤੇ ਪੋਟੈਂਸ਼ੀਅਲ ਤੁਹਾਨੂੰ ਪਤਾ ਆਪਰੇਟਰ ਕਿਦਾਂ ਹੁੰਦਾ ਸੀ ਮਾਈਨਸ ਆਇਓਟਾ h ਕੱਟ ਬਾਈ 2m² v। ਹੁਣ ਬੁੱਕ ਦੇ ਵਿੱਚ ਜਦੋਂ ਤੁਸੀਂ ਕਰੋਗੇ ਨਾ ਕੁਆਂਟਮ ਮੈਕੈਨੀਕਲ ਵਿਊ, ਉਹਨਾਂ ਨੇ ਡਾਇਰੈਕਟ ਸ਼੍ਰੋਡਿੰਗਰ ਵੇਵ ਇਕੁਏਸ਼ਨ ਲਿਖੀ ਹੋਈ ਹੈ। ਅਸੀਂ ਡਾਇਰੈਕਟ ਨਹੀਂ ਲਿਖਾਂਗੇ, ਅਸੀਂ ਕੀ ਕਰਾਂਗੇ ਪਹਿਲਾਂ ਪ੍ਰੂਫ ਕਰੋ। ਤੁਹਾਨੂੰ ਆਉਂਦਾ ਹੀ ਇੱਦਾਂ ਕਰਨਾ, ਸਾਡੀ ਅਰਾਊਂਡ ਮੈਥਮੈਟੀਕਲ ਲੈਂਥ ਕੋਈ 6 ਤੋਂ 7 ਲਾਈਨ ਦੀ ਵੱਧ ਜਾਂਦੀ ਹੈ,
ਤੇ ਕੋਈ ਔਖੀ ਚੀਜ਼ ਵੀ ਨਹੀਂ, ਪਹਿਲਾਂ ਵੀ ਕੀਤੀ ਹੋਈ ਹੈ, ਠੀਕ ਹੈ। ਐ ਕੋਈ ਕੁਐਸਚਨ 7 ਤੋਂ 8 ਨੰਬਰ ਦਾ ਹੈਗਾ, ਜੇ 15 ਨੰਬਰ ਦਾ ਟੋਟਲ ਹੈ ਨਾ, ਮੈਕਸਿਮਮ 7 ਮਾਰਕਸ ਦਾ ਇਹ ਆਏਗਾ ਕਿ ਫੋਨੋਨ ਇੰਟਰੈਕਸ਼ਨ ਦੇ ਬਾਰੇ ਦੱਸੋ, ਲੈਟਿਸ ਵਾਈਬ੍ਰੇਸ਼ਨ ਨੂੰ ਕੰਪੇਅਰ ਕਰੋ ਕਲਾਸੀਕਲੀ ਤੇ ਕੁਆਂਟਮ ਮਕੈਨਿਕਲੀ। ਕਲਾਸੀਕਲੀ ਲੈਟਿਸ ਵਾਈਬ੍ਰੇਸ਼ਨ ਦੀ એનર્ਜੀ ਕੰਟੀਨਿਊਸ ਹੈਗੀ, ਕੁਝ ਵੀ ਹੋ ਸਕਦੀ ਹੈ, ਆਪਾਂ ਕੁਆਂਟਮ ਮਕੈਨਿਕਲੀ ਕਰਦੇ ਹਾਂ। ਆਇਓਟਾ ਦਾ ਸਕੁਅਰ ਕਿੰਨਾ ਹੁੰਦਾ? ਮਾਈਨਸ, ਇਹ ਬਣ ਜਾਏਗਾ ਮਾਈਨਸ h ਕੱਟ ਸਕੁਅਰ ਬਾਈ 2n ਤੇ ਸਾਈ ਪਲੱਸ v ਸਾਈ ਤੇ ਨਾਲ ਉੱਤੇ ਉਹ ਵੀ ਆਣਾ ਨਾ, ਉਹ ਮਿਲ ਜਾਏਗੀ। ਆਪਾਂ ਇੱਥੇ d2/dx2 ਲਿਖਾਂਗੇ ਕਿਉਂਕਿ ਅਸੀਂ ਡਿਫਰੈਂਸ਼ੀਏਸ਼ਨ ਕਰ ਰਹੇ ਹਾਂ ਅਲੋਂਗ ਵਨ ਡਾਈਮੈਂਸ਼ਨ। ਕਿਹਦੇ ਕਰ ਰਹੇ? ਤਾਂ ਜਿੰਨੀ ਵੀ ਲੈਟਿਸ ਵਾਈਬ੍ਰੇਸ਼ਨ ਅਸੀਂ BSc ਚ ਪੜ੍ਹਨੀ ਹੈ, ਕਿਹੜੀ ਪੜ੍ਹਨੀ ਹੈ? ਵਨ ਡਾਈਮੈਂਸ਼ਨ ਪੜ੍ਹਨੀ ਹੈ, ਠੀਕ ਹੈ। ਅੱਗੇ ਜਾ ਕੇ ਅਸੀਂ 2 ਤੇ 3 ਦੇ ਚ ਐਕਸਟੈਂਡ ਕਰ ਦਾਂਗੇ, ਹਲੇ 1 ਚ ਹੀ ਪੜਾਂਗੇ। ਤਾਂ ਆਪਰੇਟਰ ਕਲੀਅਰ ਹੋ ਗਿਆ, ਨਾਲ ਡਬਲ ਡੈਰੀਵੇਟਿਵ ਤੇ ਇੱਥੇ ਬਣ ਗਿਆ e sin। ਇਹਨੂੰ ਥੋੜਾ ਜਿਹਾ ਆਪਾਂ ਸਿੰਪਲੀਫਾਈ ਕੀਤਾ ਤੇ ਆਬਜ਼ਰਵ ਕੀਤਾ d² psi ਬਾਈ dx² ਤੇ ਕਿੰਨਾ ਆ ਗਿਆ ਮੇਰੇ ਕੋ, ਇਹ ਇੱਧਰ ਆ ਜਾਏਗਾ ਮਾਈਨਸ 2m ਬਾਈ h ਕੱਟ ਸਕੁਅਰ e ਮਾਈਨਸ v psi equal 0। ਆ ਗਈ ਮੇਰੀ ਕੁਐਸਚਨ, ਠੀਕ ਹੈ। ਇਹਨੇ ਤੁਸੀਂ ਪੜ੍ਹੀ ਹੋਈ ਹੈ। ਫਿਰ ਤੁਸੀਂ ਇਹਨੂੰ ਕਹਿੰਦੇ ਲੀਨੀਅਰ ਹਾਰਮੋਨਿਕ ऑसिलेटर, ਕੀ ਕਹਿੰਦੇ ਇਹਨੂੰ? ਲੀਨੀਅਰ ਹਾਰਮੋਨਿਕ ऑसिलेटर। ਲਿਖ ਲਓ, ਇਹ ਕਿਹਦੀ ਕੁਐਸਚਨ ਹੈ? ਕੋਈ ਵੀ ਪਾਰਟੀਕਲ ਜਿਹੜਾ ਅਲੋਂਗ ਵਨ ਡਾਈਮੈਂਸ਼ਨ ऑसिलेट ਕਰ ਰਿਹਾ ਹਾਰਮੋਨਿਕਲੀ। ਹਾਰਮੋਨਿਕਲੀ ਦਾ ਮਤਲਬ ਹੁੰਦਾ ਉਹਦਾ ਐਂਪਲੀਟਿਊਡ ਬਹੁਤ ਵੱਡਾ ਨਹੀਂ ਹੋਣਾ ਚਾਹੀਦਾ। ਜੇ ਬਹੁਤ ਜ਼ਿਆਦਾ ਹੈਗਾ ਤੇ ਡਾਇਰੈਕਸ਼ਨ ਹੀ ਬਦਲਣੀ ਚਾਹੀਦੀ, ਇੱਕੋ ਹੀ ਡਾਈਮੈਂਸ਼ਨ 'ਚ ਰਹੇ। ਜੇ ਪਾਰਟੀਕਲ ਮੇਨ ਪੋਜੀਸ਼ਨ ਤੋਂ ਦੂਰ ਜਾਏਗਾ, ਐਕਸ ਅਕਸ਼ ਕਿੱਥੇ ਲੱਗੇਗੀ? ਬੈਕ। ਜੇ ਮੇਨ ਤੋਂ ਪਿੱਛੇ ਆਉਂਦਾ ਪਿਆ ਤਾਂ ਐਕਸ ਅਕਸ਼ ਕਿੱਥੇ ਲੱਗੇਗੀ? फ्रंट। एक्सेलरेशन इज ऑलवेज टुवर्ड मीन पोजीशन, चाहे पार्टिकल अगे जाए तो पीछे नु अट्रैक्ट होएगा, जे पीछे जाएगा तो एक कंडीशन होती है हार्मोनिक ऑसिलेशन दी कि एक्सेलरेशन ऑलवेज टुवर्ड्स मीन पोजीशन। ए कंडीशन है। एत तक आ गए। हुन ਇਹਦਾ सॉल्यूशन, हुन ਅਸੀਂ सॉल्यूशन नहीं करना, सॉल्यूशन ਅਸੀਂ ऑलरेडी क्वांटम फिजिक्स पढ़ा है यार। ਤੇ ਇਹਦਾ ਯਾਦ ਕਰੋ सॉल्यूशन ਕਿੰਨਾ ਕਰਦੀ, एनर्जी दी थी n प्लस हाफ h न्यू। कितनी एनर्जी होती है? n प्लस हाफ h न्यू। न्यू की कहते फ्रीक्वेंसी, क्योंकि क्वांटम मैकेनिक ऑसिलेटर वर्कआउट करता है प्लैंक्स क्वांटम थ्योरी दे। तो प्लैंक क्वांटम थ्योरी की कहती है कोई भी सिस्टम जो एनर्जी अब्जॉर्ब करता पे या एनर्जी की करता पे एमिट करता पे, ਉਹਦੀ एनर्जी हमेशा कितना वेरी करेगी? h न्यू। कितना वेरी करेगी? h न्यू के नाम में कुछ नहीं लगाया थे, मतलब 1 है। अब 1 का नंबर हो सकता एनर्जी 1h न्यू हो, 2h न्यू, 1000h न्यू या बिलियन h न्यू। आज जो 1 नंबर ਹੁੰਦਾ ਹੈ ਨੰਬਰ ਆਫ ਕੁਆਂਟਮ। ਕੀ ਕਹਿੰਦੇ ਇਹਨੂੰ? ਜਿਹੜਾ ਲਾਈਟ ਦਾ ਕੋਈ ਇਲੈਕਟ੍ਰੋਮੈਗਨੈਟਿਕ ਹੈਗੀ ਹੈ, ਉਹ ਡਿਸਟਰਬ ਕਰ ਰਹੀ ਸਿਸਟਮ ਨੂੰ ਜਾਂ ਲੈਟਿਸ ਨੂੰ ਵਾਈਬ੍ਰੇਟ ਕਰਾ ਰਹੀ ਹੈ, ਤਾਂ ਤੁਹਾਡੀ એનર્ਜੀ ਜਿਹੜਾ ਨੰਬਰ ਹੋਣਗੇ ਕਿਹਦੇ ਹੋਣਗੇ? ਫੋਟੋਨ ਦੇ। ਕਿਹਦੇ ਹੋਣਗੇ? ਫੋਟੋਨ ਹਮੇਸ਼ਾ ਵਿਜ਼ੀਬਲ ਲਾਈਟ ਦਾ ਪਾਰਟੀਕਲ ਹੁੰਦਾ। ਜੇ ਮੇਰੇ ਕੋਲ ਐਕਸ-ਰੇ ਹੀ ਹੈ, ਆਪਾਂ ਐਕਸ-ਰੇ ਪੜ੍ਹ ਰਹੇ ਹਾਂ ਸਕੈਟਰਿੰਗ, ਜੇ ਮੈਂ ਐਕਸ-ਰੇ ਹਿੱਟ ਕੀਤੀ ਜਾਂ ਮੇਰੇ ਕੋਲ ਹੋਰ ਕੋਈ ਕਿਹੜੀ ਆ ਗਈ ਯੂਵੀ ਰੇ ਆ ਗਈ, ਤਾਂ ਇਹ ਕਿਹੜੇ ਹੋਣਗੇ? ਕੁਆਂਟਮਸ। ਕੀਵਰਡ ਯੂਜ਼ ਕਰਾਂਗੇ, ਠੀਕ ਹੈ। ਇਸੇ ਤਰੀਕੇ ਜੇ ਹੁਣ ਓਪੇਕ ਕ੍ਰਿਸਟਲ ਹੈਗਾ ਮੇਰੇ ਕੋਲ ਸੈਟਅਪ ਹੈ, ਮੈਟਲ ਦਾ ਸੋਲਿਡ ਹੈਗਾ, ਉਹਦੇ ਉੱਤੇ ਦੀ એનર્ਜੀ ਮੈਂ ਸਾਊਂਡ ਐਨਰਜੀ ਭੇਜਦਾ ਪਿਆ, ਉਹ એનર્ਜੀ ਜਿਹੜਾ ਨੰਬਰ ਹੋਏਗਾ ਉਹ ਕਿਹਦਾ ਹੈਗਾ? ਨੰਬਰ ਆਫ ਫੋਨੋਨ। ਕੀ ਕਹਾਂਗੇ ਇਹਨਾਂ ਨੂੰ? ਸੋ ਫੋਨੋਨ ਕਿਹਦਾ ਕੁਆਂਟਮ ਹੁੰਦਾ ਹੈ? ਸਾਊਂਡ ਵੇਵ ਦਾ। ਕਿਹਦਾ ਹੈਗਾ? ਤੇ ਲਾਈਟ ਵੇਵ ਜਾਂ ਈਐਮ ਵੇਵ ਦਾ ਜਿਹੜਾ ਕੁਆਂਟਮ ਹੁੰਦਾ ਹੈ, ਠੀਕ ਹੈ, ਉਹਨੂੰ ਕੀ ਕਹਿੰਦੇ ਆ? फोटोन। अगर वो विजिबल है, जो विजिबल नहीं की ईएम वेव तक क्वांटम वर्ड यूज करा। एदी एनर्जी एनी आ गई। जे n 0 है, n का जो 0 पॉइंट एनर्जी की कहांगे ना, तो 0 पॉइंट एनर्जी है। बट अगर जे ਅਸੀਂ क्लासिकली देखिए, जे टोटल एनर्जी की किसी हाफ k a स्क्वायर। जे पार्टिकल वाइब्रेट ही ना करे, मान लेंगे पार्टिकल वाइब्रेटिंग ही कर रहा है, बिल्कुल स्टिल लगा और एम्पलीट्यूड कितना हो गया? 0 हो गया। और ये आ गई एनर्जी कितनी हो जाएगी? तो क्वांटम मैकेनिकली कहती है कि सैटअप लैटिस है भावें ਉਹਦੀ ਘੱਟ ਤੋਂ ਘੱਟ એનર્ਜੀ ਤੁਹਾਨੂੰ ਇੰਨੀ ਮਿਲਣੀ ਹੀ ਮਿਲਣੀ ਹੈ, ਇਸ ਤੋਂ ਘੱਟ ਇਹਨੂੰ ਕਹਿੰਦੇ 0 ਪੁਆਇੰਟ એનર્ਜੀ। ਕੀ ਕਹਿੰਦੇ ਇਹਨੂੰ? ਤੇ ਕਲਾਸਿਕਲੀ ਕਹਿੰਦੀ ਕਿ ਜੇ ਸਪ੍ਰਿੰਗ ਜਾਂ ਲੈਟਿਸ ਵਾਈਬ੍ਰੇਟ ਨਹੀਂ ਕਰ ਰਿਹਾ ਤਾਂ એનર્ਜੀ ਕਿੰਨੀ ਹੋਏਗੀ? 0। ਇਹ ਬੇਸਿਕ ਕੰਟਰਾਸਟ ਹੈ। ਜਦੋਂ ਹੁਣ ਮੰਨ ਲਓ ਕੁਐਸਚਨ ਆ ਜਾਂਦਾ ਹੈ ਕਿ ਕੰਪੇਅਰ ਕਰਨਾ ਤੁਸੀਂ ਦੋ ਲੈਟਿਸ ਨੂੰ ਜਾਂ ਇੱਕ ਲੈਟਿਸ ਨੂੰ ਦੋ ਥਿਊਰੀ ਦੇ ਨਾਲ, ਤਾਂ ਫਰਕ ਕੀ ਦਾ ਉਹ ਇਹ ਚੀਜ਼ ਹੈ, ਠੀਕ ਹੈ। ਇਹ ਲੱਗ ਗਿਆ ਪਤਾ? ਇੰਨਾ ਪਹਿਲਾਂ ਦੱਸਣਾ ਪੈਣਾ। ਅੱਗੇ ਲਿਖ ਲਓ, ਪਹਿਲੇ ਹੈਡਿੰਗ ਪਾ ਲਓ, ठीक है।
लैटिस वाइब्रेशन लिख लो, लैटिस वाइब्रेशन कैरिड बाय लॉन्गिट्यूडिनल वेव, कैरिड बाय लॉन्गिट्यूडिनल वेव। जो लॉन्गिट्यूडिनल वेव्स नाल हो रही है, ब्रैकेट्स लिख लो, कौन है? साउंड है, ठीक है, कौन है? साउंड। देन they are said to be carried by acoustic phonemes, ACOUSTIC, acoustic phoneme। ਹੁਣ फोनोन हैगे है, बिल्कुल ठीक है, acoustic word होता साउंड ਨਾਲ रिलेटेड। आ जरा नंबर एन आना है, किन्ने फोनोन ट्रैवल अप कर गए, किन्ने जंप डाउन करके एनर्जी किसी ने अब्जॉर्ब की है, लूज की है साउंड को, ठीक है। तो किहड़े फोनोन देवांगे उन्होंने? अकॉस्टिक। तो जे इफ वाइब्रेशन कैरिड बाय एक्साइटेशन ऑफ ऑप्टिकल ब्रांच, they are called optical phonome, की मतलब होने का एग्जांपल चौक ही है, बिना लाइट पाए ਇਹਦਾ रंग बदलना, बिना लाइट पाए ਇਹਦਾ रंग की करना, चौक भी छड्डो, सब तो लोहे ਨੂੰ ਜਦੋਂ ਗਰਮ करने सब तो पहला ਕਿਹੜਾ कलर आंदा? रेड। गरम किया लोहे ਨੂੰ, की किया? हीट प्रोवाइड की है, कि तुहानूं भट्ठी दे विच रख दिता होवे या इंफ्रारेड रे एक्सपोज करता हो, जे असीं उन्होंने इंफ्रारेड रे धुप्पे एक्सपोज किया या रेज पा के उन्होंने गर्म किया तो किहड़ियां रे आंदी पईयां? इलैक्ट्रोमैगनैटिक। किहड़ियां आईयां? उन्हां च कौन है? फोटोन। कौन है? फोटोन होणगे या क्वांटम होणगे। वो हीट करनगे, पार्टिकल वाइब्रेट करनगे, एनर्जी जंप करके ऊपर जाणगे ते जदों वापस आणगे तो एनर्जी एमिट करनगे। तो जे एनर्जी जिहड़ी एमिट कीती है उहदा फ्रीकुएंसी वेवलेंथ लाल रंग की हुई तो सानूं किहड़ा कलर नज़र आएगा? रेड। रेड तो बाद होर हीट कर दो तो किहड़ा कलर आ जाता है लोहे का? जो पूरा मेल्ट कर जाएगा, येलो हो जाएगा, पूरा मोल्टन हो जाएगा। येलो की फ्रीकुएंसी ज़्यादा आ गई है, ज़्यादा एनर्जी आ गई है। ਇਹਦਾ मीनिंग जे तुसीं किसी लोहे के पीस ਨੂੰ ਤੁਸੀਂ ਗਰਮ ਕਰਦੇ ਪਏ ਹੋ ਸੇਕੇ ਦੇ ਨਾਲ, ਜਦੋਂ ਰੰਗ ਬਦਲਿਆ ਜਾਂਦਾ ਪਿਆ, ਉਹ ਕਿਹੜੀ ਪ੍ਰੋਪਰਟੀ ਬਦਲਦੀ ਪਈ? ਸਾਊਂਡ ਵਾਲੀ ਪ੍ਰੋਪਰਟੀ ਕਿ ਆਪਟੀਕਲ ਪ੍ਰੋਪਰਟੀ ਬਦਲ ਰਹੀ ਉਹਦੀ? ਆਪਟੀਕਲ। ਇਹਨੂੰ ਬੋਲਾਂਗੇ ਆਪਟੀਕਲ ਬ੍ਰਾਂਚ। ਇਹ ਕਿਹੜੀ ਐਕਸਾਈਟੇਸ਼ਨ ਹੈਗੀ ਹੈ? ਸੋ ਲੋਹੇ ਨੂੰ ਜਾਂ ਮੈਟਲ ਨੂੰ ਜਦੋਂ ਵੀ ਆਪਾਂ ਹੀਟ ਕਰਾਂਗੇ, ਚੌਕ ਨੂੰ ਨਹੀਂ ਕਰਨਾ, ਚੌਕ ਨੂੰ ਹੀਟ ਕਰੋਗੇ ਇਹਨੇ ਵੈਸੇ ਕਰੈਕ ਹੋ ਜਾਣਾ, ਬ੍ਰਿਟਲ, ਠੀਕ ਹੈ। ਲੋਹੇ ਨੂੰ ਹੀਟ ਕਰਦੇ ਪਏ ਆ ਜਾਂ ਐਲੂਮੀਨੀਅਮ ਨੂੰ ਕਰਦੇ ਪਏ ਆ, ਉਹ ਕਲਰ ਬਦਲਦੇ ਪਏ ਆ ਬਾਈ ਅਬਜ਼ੌਰਬਿੰਗ ਐਨਰਜੀ। ਉਹ ਕਿਹੜੀ ਬ੍ਰਾਂਚ ਹੈ? दूजी की होएगा, तुसीं कुछ नहीं किया, लोहा उन्हें एक पास हिट किया, उस वाइब्रेशन प्रोड्यूस होएगी। वो किहड़ी वाइब्रेशन की है? कॉस्टिक। गिटार, ठीक है, गिटार की स्ट्रिंग नहीं है, तुसीं देखिया कभी गिटार उन्होंने टाइट की स्ट्रिंग, कई बार स्ट्रिंग का एक पुरजा जिहा हुंदा है, उसकी लेंथ घटाते वधाते, लेंथ घटाण वधाण दे नाल उन्हें डिस्टर्ब करते हैं, दैट इज इलैक्ट्रिक वाइब्रेशन तुसीं करा रहे हो, साउंड प्रोड्यूस होती है। वो किहड़ी ब्रांच है? फिर अकॉस्टिक ब्रांच, ठीक है। तो कोई भी मैटल है जदों तुसीं उन्हें एक्साइट करोगे लैटिस नूं, दो ब्रांचेस ऑब्जर्व होनी है, किहड़ियां? अकॉस्टिक, दूजी किहड़ी होनी है? असीं बड़ी डिटेल दे विच जदों असीं लैटिस वाइब्रेशन 2 डायमेंशन च करांगे ना, उहदे बारे पढ़ांगे, ठीक है। अगे हैडिंग पाओ, फिर लिखो ਇਹ ਜਿਹੜੇ फोनोन है लिख लो, फोनोन्स आर नियरली सेम एज क्वांटम्स, नियरली सेम है, इक्को चीज़ का फर्क है, केड़ा है? लिख लो, फोनोन्स आर नियरली सेम एज क्वांटम। इक्को फर्क है, MCQ भी बनता होंगे पेपर से, अगर हाई टीचर ने देखिए, वो यह है कि क्वांटम कैरी मोमेंटम। डिफरेंस की है, जो क्वांटम होंगे वो की कैरी करेंगे? मोमेंटम एंड एनर्जी, ठीक है। जी लाइट तो नजर आती पई है, यह मोमेंटम भी है लाइट पर, एनर्जी भी है। क्वांटम का जो मोमेंटम होंगे ना, E/c होंगे, लिख लो अपनी कापी में, कितना होंगे क्वांटम का मोमेंटम? E/, सन की रेस तो वो जी मोमेंटम कैरी करके रेज आती है पई, उन्होंने को कितनी टोटल एनर्जी है, वो है की है, उन्होंने स्पीड ऑफ लाइट में डिवाइड करेंगे तो की मिलेगा? मोमेंटम कैरिड बाय अ क्वांटम। तो एनर्जी होंगी है hν, हर रंग की अपनी अपनी फ्रीकुएंसी है, किसी की ज़्यादा एनर्जी कैरिड है, किसी की घट है। बट जो साडा फोनोन है ना, वो मोमेंटम कैरी नहीं करता, याद रखना, फोनोन डज नॉट कैरी मोमेंटम, ठीक है। तो मान लो जो तुम मोमेंटम की कंजर्वेशन पाना भी है,
तो फिर तुम की लिखोगे मोमेंटम क्या है एच कट के लिख लो एक मोमेंटम लिखना सी सो फोनोन लॉन्ग डिस्टेंस तो ट्रैवल नहीं करता इतने मेरी साउंड तो सुनाई दे रही है बट बाहर कॉरीडोर के पता लगेगा मैं की बोल रहा नहीं पता नहीं लगेगा क्लास लग भी रही क्योंकि शांति में बैठे हैं बाहर किसी को पता भी नहीं क्लास लग भी रही कि नहीं क्योंकि साउंड ज़्यादा डिस्टेंस ट्रैवल नहीं कर सकती और बड़ी जल्दी खत्म हो जाएगी बट लाइट देखो कितने बिलियंस ऑफ किलोमीटर तो ट्रैवल करके आई है पर इंटेंसिटी घटती भी होगी थी रास्ता ब्लॉक होएगा तो गल वक्री है बट लाइट इलैक्ट्रोमैग्नेटिक वेव लॉन्ग डिस्टेंस कवर करती है ओपन एयर साउंड नहीं करती दूजा करने को और है लाइट नू वैक्यूम ते मीडियम दोनों च ट्रैवल करना इलैक्ट्रोमैग्नेटिक बट साउंड ने किस ट्रैवल करना सिर्फ मीडियम ट्रैवल करना जो मीडियम होएगा तो पॉसिबल जो मीडियम ही नहीं होगा तो साउंड ने ट्रैवल ही नहीं करना इस करके जो साउंड के फोनोन होंगे असं की बोलेंगे कि इन्ना को मोमेंटम नहीं होंगे इन्होंने मोमेंटम देता कौन है मीडियम लिख लो फोनोन कैरी मोमेंटम फ्रॉम द मीडियम ऑफ प्रोपेगेशन कैरी मोमेंटम फ्रॉम मीडियम ऑफ प्रोपेगेशन अपने मीडियम तो ही मोमेंटम कैरी करके एक जगह दूसरी जगह लेके जाते हैं बट वो भी खत्म हो जाता बट जो क्वांटम से EM वेव के इन्ना वो अपना पर्सनल मोमेंटम है सब तो बड़ा डिफरेंस है अच्छा दोनों की सिमिलैरिटी की है दोनों बोस आइंस्टाइन स्टैटिस्टिक्स फॉलो करते पढ़ ली स्टैटिस्टिक्स BE पढ़ ली ना फर्मी ड्रैक बोस आइंस्टाइन मैक्सवेल बोल्ट्जमैन कर ली है ना पिछले साल कितनी भुल भी गई होनी मेरे भी भुल गई होनी ठीक है सो बोस आइंस्टाइन लिख लो याद कर लो एग्जाम में 2 नंबर क्वेश्चन पास आता है कि राइट सिमिलैरिटी एंड डिसिमिलैरिटी बिटवीन फोनोन एंड क्वांटम ठीक है तो एक तो आया था तुम्हें पता ही है फोनोन किदा पार्टिकल होंदा एनर्जी का लॉन्गिट्यूडनल या साउंड वेव इनइलास्टिक वर्ड भी यूज कर सकते हैं इतने तो जो फोटोन किदा होंदा इलास्टिक वेव EM वेव ठीक है इस तो बाद अगे छोटा जिहा आर्टिकल गल खत्म कर दिए क्योंकि साढ़े को टॉपिक होएगा कि लिखो how to calculate angular frequency of phonon how to calculate angular frequency of phonon produced during interaction with photon ठीक है ਇਹ ਹੁਣ ਕੀ ਕਹਿ ਰਹੇ ਕਿ ਲੈਟਿਸ ਹੈਗਾ ਟ੍ਰਾਂਸਪੇਰੈਂਟ ਕ੍ਰਿਸਟਲ ਉੱਤੋਂ ਲਾਈਟ ਪਈ ਲਾਈਟ ਵਿੱਚ ਕਿਹੜਾ ਪਾਰਟੀਕਲ ਹੈਗਾ ਫੋਨੋਨ ਹੈ ਕਿ ਫੋਟੋਨ ਹੈਗਾ ਜੇ ਮੈਂ ਲਾਈਟ ਦੀ ਗੱਲ ਕਰਾਂ ਜਦੋਂ ਮੈਂ ਫੋਟੋਨ ਬੋਲਾਂਗਾ ਉਹ ਲਾਈਟ ਵਿਜ਼ੀਬਲ ਹੋਏਗੀ ਕਿ ਇਨਵਿਜ਼ੀਬਲ ਵਿਜ਼ੀਬਲ ਜੇ ਮੈਂ ਇਨਵਿਜ਼ੀਬਲ ਲਾਈਟ ਦੀ ਗੱਲ ਕਰਾਂਗਾ ਤਾਂ ਫਿਰ ਮੈਂ ਫੋਟੋਨ ਵਰਡ ਨਹੀਂ ਯੂਜ਼ ਕਰਾਂਗਾ ਮੈਂ ਕੀ ਯੂਜ਼ ਕਰਨਾ ਕੁਆਂਟਮ ਠੀਕ ਹੈ ਪਤਾ ਹੋਣਾ ਚਾਹੀਦਾ ਫੋਟੋਨ ਆ ਕੇ ਕ੍ਰਿਸਟਲ ਲੈਟਿਸ ਉੱਤੇ ਹਿੱਟ ਕੀਤਾ ਲੈਟਿਸ ਦੇ ਪਾਰਟੀਕਲ એનર્ਜੀ ਅਬਜ਼ੌਰਬ ਕੀਤੀ ਐਕਸਾਈਟ ਹੋਇਆ ਉਹ ਵਾਈਬ੍ਰੇਟ ਕਰਨ ਲੱਗ ਪਿਆ जो पार्टिकल वाइब्रेट इधर उधर या अप एंड डाउन वाइब्रेट करेगा ठीक है तो एक जगह तो डिस्टर्बेंस दूसरी जगह ट्रैवल करेगी लैटिस के अंदर कि नहीं करेगी एक भीड़ लगी हुई है पिछों तक कवच है सारे डिस्टर्ब होंगे कि नहीं होंगे ना जे एक बंदे दूसरे बंदे गैप कोई बंदा ही ना होंगे फिर ट्रैवल होने साउंड नू पार्टिकल चाहिए ट्रैवल करते पार्टिकल रस्ते गैप कर दो साउंड ट्रैवल नहीं करेगी तो आही चीज हुई कि फोटोन आया लिख लो कि इंसिडेंट फोटोन एक्साइट लैटिस पॉइंट ने एक्साइट करना which result in traveling of acoustic or optical inelastic wave जिवें है इत्थे आपको फोटोन आया इत्थे हिट किया फोटोन आया कुछ एनर्जी अब्जॉर्ब कर ली फोटोन की बाकी फोटोन की हो गया एमिट हो गया की हो गया तुम्हें लगे पहले की होया फोटोन आया कुछ एनर्जी अब्जॉर्ब हुई बाकी फोटोन लैके जो भी थी बाहर चला गया तो अंदर की होएगा एस लैटिस पॉइंट मान लेने एस लैटिस पॉइंट तक की ट्रैवल करेगा ठीक फोनोन की ट्रैवल करेगा फोनोन ठीक है असिस्ट लिखो टू स्टडी the above problem we will use quantum mechanics to study above problem we will use quantum mechanics ਅਸੀਂ ਕੀ ਯੂਜ਼ ਕਰਾਂਗੇ quantum mechanics ਯੂਜ਼ ਕਰਾਂਗੇ ਆ ਡਾਇਗਰਾਮ ਡਰਾ ਕਰਨੀ ਆ ਤੁਹਾਡਾ ਇਨਫਿਨਿਟ ਫੋਟੋਨ ਹੈਗਾ k वेक्टर कौन है स्मॉल k लिखना है ये लिख देना कौन है इन्फिनिट फोटोन
ਇੱਥੇ ਲੈਟਿਸ ਪੁਆਇੰਟ ਹਿੱਟ ਕੀਤਾ ਐਂਡ ਸਕੈਟਰ ਕਰ ਗਿਆ। ਇਹ ਜਿਹੜਾ ਫੋਟੋਨ ਹੈਗਾ ਜਿਹੜਾ ਸਕੈਟਰਡ ਕਰ ਗਿਆ ਤੇ ਇਹਦਾ ਵੇਵ ਵੈਕਟਰ ਕਿੰਨਾ ਹੋ ਗਿਆ 3 ਡੈਸ਼ ਤੇ ਆ ਫੋਨੋਨ ਹੈ ਜਿਹੜਾ ਉਸ ਜਗ੍ਹਾ ਤੇ ਜਨਰੇਟ ਹੋ ਜਾਂਦਾ ਇਹ ਕੈਪੀਟਲ K। ਸਕੈਟਰਿੰਗ ਐਂਗਲ ਕਿੰਨਾ ਆ ਗਿਆ 5। ਠੀਕ ਹੈ। ਜਿਹੜਾ ਫੋਨੋਨ ਹੋਏਗਾ ਦੋ ਹੋ ਸਕਦੇ ਫੋਨੋਨ, ਜਾਂ ਤਾਂ ਉਹ ਆਊਟਪੁੱਟ ਲਾਈਟ ਦੀ ਫਾਰਮ ਚ ਕਲਰ ਦੀ ਫਾਰਮ ਚ ਦੇਗਾ ਜਾਂ ਸਾਊਂਡ ਦੀ ਫਾਰਮ ਚ। ਜੇ ਉਹਨੇ ਆਊਟਪੁੱਟ ਕਲਰ ਦੀ ਫਾਰਮ ਚ ਦਿੱਤੀ ਤੇ ਆਪਟੀਕਲ ਬ੍ਰਾਂਚ ਦਾ ਫੋਨੋਨ ਹੋਏਗਾ, ਜੇ ਤੁਹਾਨੂੰ ਸਾਊਂਡ ਮਿਲਦੀ ਪਈ ਤੇ ਕਿਹੜਾ ਹੋਏਗਾ ਅਕੋਸਟਿਕ ਬ੍ਰਾਂਚ ਦਾ ਫੋਨੋਨ ਹੋਏਗਾ। ਮੋਮੈਂਟਮ ਕੰਜ਼ਰਵ ਕਰੋ ਵੀ ਹੁਣ ਤਾਂ ਮੈਂ ਦੱਸਿਆ ਸੀ ਮੋਮੈਂਟਮ ਦੇ ਫਾਰਮੂਲੇ ਕੀ ਹੁੰਦੇ ਤੋਂ ਪਹਿਲਾਂ ਫਾਰਮੂਲਾ ਹੁੰਦਾ mv, ਕਿਹੜਾ ਫਾਰਮੂਲਾ ਹੈ। ਹੁਣ ਫੋਨੋਨ ਦਾ ਮਾਸ ਹੀ ਨਹੀਂ ਪਤਾ, ਫੋਟੋਨ ਦਾ ਤਾਂ ਵੈਸੇ ਹੀ ਨਹੀਂ ਮਾਸ ਹੁੰਦਾ। ਜਿਹਦੀ ਮੋਮੈਂਟਮ ਕੰਜ਼ਰਵੇਸ਼ਨ ਕਰਨੀ ਹੈ ਜਦੋਂ ਕਿ mv ਫਾਰਮੂਲਾ ਯੂਜ਼ ਕਰਾਂ ਕਰ ਸਕਦੇ mv ਪਾਰਟੀਕਲ ਵਾਸਤੇ। ਇੱਥੇ ਕੀ ਹੈ ਵੇਵ, ਪਾਰਟੀਕਲ ਨੇਚਰ ਤੋਂ ਵੇਵ ਨੇਚਰ ਕਨਵਰਟ ਕਰਨਾ ਹੋਵੇ ਤੇ ਕਿਹੜਾ ਇੱਕ ਥਿਊਰੀ ਕੀ ਸੀ ਡੀ ਬ੍ਰੋਗਲੀ। ਤੇ ਡੀ ਬ੍ਰੋਗਲੀ ਕਹਿੰਦੀ ਕਿ ਜਿਹੜਾ ਮੋਮੈਂਟਮ ਹੁੰਦਾ ਜਿਹਦੇ ਕੋਲ ਹੁੰਦਾ h/λ ਕੀ ਹੋ ਜਾਂਦਾ h/, ਇਹਨੂੰ ਮੈਂ 2π ਨਾਲ ਡਿਵਾਈਡ ਤੇ 2π ਨਾਲ ਮਲਟੀਪਲਾਈ ਕਰਦਾ ਤੇ ਫਿਰ h/2π ਨੂੰ ਕਹਿੰਦੇ h ਕੱਟ ਕੀ ਕਹਿੰਦੇ ਤੇ ਆ ਵਾਲਾ 2π ਉੱਪਰ ਚਲਾ ਗਿਆ ਇੱਥੇ ਨਾ ਲਿਖੋ ਭਾਵੇਂ ਇਹਨੂੰ ਇੱਥੇ ਲਿਖ ਦਿਓ। ਆ 2π ਦਾ ਲੈਮਡਾ ਕੀ ਹੋ ਜਾਣਾ ਮੇਰੇ ਕੋ k ਕੀ ਹੋ ਜਾਣਾ ਵੇਵ ਵੈਕਟਰ। तो ਜਦੋਂ मैं मोमेंटम कंजर्व करने बैठांगा ना तो इंसिडेंट क्या होएगा मेरे को h कट k बाद दो जने आ गए h कट k डैश प्लस h कट कैपिटल K। ठीक है h को डाउट एक ही कितना है मोमेंटम कंजर्वेशन। ਜਦੋਂ सब एटॉमिक वर्ल्ड च फोटोन फोनोन प्रोड्यूस होंगे हैं कोई तो एनर्जी वाली गति की यूज करनी है h कट ओमेगा उतो एट कंजर्वेशन हो गई। मोमेंटम पे वापस आने h कट कैंसिल करता है दबल से इंसिडेंट फोटोन दा मोमेंटम ए किदा है स्कैटर्ड ते जे दी मैग्नीट्यूड देखिए मैग्नीट्यूड दोनों दे की होंगे सेम डायरेक्शन ही अलग अलग है। एदा मैग्नीट्यूड लो दोनों पासे ते पैरेलल लॉ दा ਤੁਹਾਨੂੰ ਪਤਾ ਹੈ पहले दा स्क्वायर दूजे दा भी मैं k ले आ रहा मैग्नीट्यूड k डैश तो डायरेक्शन बदली है -2k² cos 5 ਹੁਣ 5 ਕਿਉਂ ਆਇਆ k ਇੱਧਰ ਗਿਆ ਸੀ ਤੇ k ਡੈਸ਼ ਇੱਧਰ ਗਿਆ ਸੀ ਦੋਵਾਂ ਚ ਐਂਗਲ ਕਿੰਨਾ ਸੀ 5 k² + k² ਕਿੰਨਾ ਆਏਗਾ ਇਹ ਵੀ 2k² ਆ ਬਾਹਰ ਆ ਗਿਆ √2k ਤੇ ਅੰਦਰ ਕੀ ਬਣ ਗਿਆ 1 ਮਾਈਨਸ ਤੇ 1 - cos 5 ਕੀ ਹੁੰਦਾ 2 sin square 5/2 ਸਕੁਅਰ ਰੂਟ ਲਵਾਂਗੇ ਤੇ 2k sin 5/2 ਇਹ ਕੋ ਕੀ ਆਇਆ ਕਿਹਦਾ ਮੋਮੈਂਟਮ ਹੈ ਫੋਨੋਨ ਦਾ। ਪਹਿਲਾਂ ਤਾਂ ਫੋਨੋਨ ਦਾ ਮੋਮੈਂਟਮ ਇੱਦਾਂ ਕੱਢਣਾ ਫਿਰ ਸਾਨੂੰ ਪਤਾ ਕੋਈ ਵੀ ਵੇਵ ਹੋਵੇ ਉਹਦੀ ਜਿਹੜੀ ਵੇਵ ਵੈਲੋਸਿਟੀ ਕਾਪੀ ਤੇ ਲਿਖਣਾ ਹੈ ਵੇਵ ਸਪੀਡ। ਠੀਕ ਹੈ ਵੇਵ ਸਪੀਡ ਹਮੇਸ਼ਾ ਕੀ ਹੁੰਦੀ ਹੈ ω/k। ਇਹ ਕਿਹਦੀ ਵੇਵ ਸਪੀਡ ਹੈ ਫੋਨੋਨ ਦੀ ਕਿਹਦੀ ਹੈ तो ਜੇ ਅਸੀਂ ਫੋਨੋਨ ਦੀ ਵੇਵ ਸਪੀਡ ਕੱਢਾਂਗੇ ਤੇ ਫੋਨੋਨ ਦੀ ਹੀ ਓਮੇਗਾ ਤੇ ਫੋਨੋਨ ਦਾ ਹੀ ਵੇਵ ਵੈਕਟਰ ਲਿਖਣਾ ਹੈ। ਜੇ ਆਪਾਂ ਫੋਟੋਨ ਵਾਲੀ ਵੇਵ ਦੀ ਸਪੀਡ ਕੱਢੀ ਫਿਰ ω/k ਹੋਏਗਾ ਕੀ ਹੋਏਗਾ ω/k। ਇੱਥੇ ਕੀ ਆਇਆ ਕੈਪੀਟਲ ω/K ਕਿਉਂਕਿ ਕਿਹਦੀ ਸਪੀਡ ਕੱਢਦੇ ਪਏ ਆਪਾਂ ਫੋਨੋਨ k ਦੀ ਵੈਲਿਊ ਪੁੱਟ ਕਰ ਦਿਓ ਉਹਦੇ ਵਿੱਚ ਫਿਰ ਕਿੰਨਾ ਆ ਗਿਆ ਕ੍ਰਾਸ ਮਲਟੀਪਲਾਈ ਕੀਤਾ 2k sin 5/2 ਸਾਊਂਡ। ਠੀਕ ਹੈ ਬਣ ਗਿਆ। ਤੇ ਜੇ ਰਿਫਰੈਕਟਿਵ ਇੰਡੈਕਸ n ਹੋਵੇ ਮੀਡੀਅਮ ਦਾ ਉਹ ਕਿਹਦੇ ਕੋਲ ਹੁੰਦਾ ਸਪੀਡ ਇਨ 에ਅਰ to speed in medium ਇੱਥੋਂ bs ਦੀ ਵੈਲਿਊ ਐਕਸਪੋਰਟ ਕਰ ਦਾਂਗੇ ਮੈਕਸਿਮਮ ਨੰਬਰ ਆਫ ਕਨਸਟੈਂਟਸ ਆ ਜਾਣਗੇ ਕਿਉਂਕਿ ਮੀਡੀਅਮ ਦਾ ਰਿਫਰੈਕਟਿਵ ਇੰਡੈਕਸ ਫਿਕਸਡ ਹੈ। ਮੀਡੀਅਮ ਦਾ ਨੋ ਸਪੀਡ ਆਫ ਲਾਈਟ ਇਨ 에ਅਰ ਵੀ ਪਤਾ ਆ ਨਹੀਂ ਪਤਾ ਫਿਰ ਅਸੀਂ ਵੈਲਿਊ ਪੁੱਟ ਕਰ ਸਕਦੇ k ਕੌਣ ਸੀ ਫੋਟੋਨ ਦਾ ਕਿੰਨਾ ਮੋਮੈਂਟਮ ਸੀ ਸਿਰਫ ਅਸੀਂ ਕੀ ਨੋਟ ਕਰਨਾ ਹੈ 5। ਲੈਬ ਦੇ ਵਿੱਚ 5 ਕਿਦਾ ਨੋਟ ਹੁੰਦਾ ਜਿਵੇਂ ਤੁਸੀਂ ਸਪੈਕਟ੍ਰੋਮੀਟਰ ਯੂਜ਼ ਕਰਦੇ ਹੋ ਪ੍ਰਿਜ਼ਮ ਮੈਨੂੰ ਕੱਢਿਆ ਨਾ ਸਪੈਕਟ੍ਰੋਮੀਟਰ ਵਰਤ ਕੇ ਉਦਾਂ ਦੇ ਡਿਵਾਈਸ ਯੂਜ਼ ਕਰਕੇ ਅਸੀਂ ਸਕੈਟਰਿੰਗ ਐਂਗਲ ਲੱਭਦੇ ਹੁੰਦੇ ब्रैग फ्लो कितना है 2d sin थीटा = n लैम्डा जिथे मैक्सिमम लाइट मिली थी वो एंगल नोट कर लिया सी। ऐसे तरीके ही ਅਸੀਂ ਇਹਦੇ ਕੇਸ 'ਚ ਐਂਗਲ ਨੋਟ ਕਰ ਲਾਂਗੇ ਤੇ ਕਿਹਦਾ ਮੋਮੈਂਟਮ ਕਿਹਦੀ ਐਂਗੂਲਰ ਫ੍ਰੀਕੁਐਂਸੀ ਕੱਢੀ ਆਪਾਂ ਫੋਨੋਨ ਦੀ ਆਇਆ ਕੌਣ ਸੀ ਇਨਸੀਡੈਂਟ ਫੋਟੋਨ। ਸੋ ਜਦੋਂ ਲੈਟਿਸ ਦੇ ਉੱਪਰ ਲਾਈਟ ਪਾਵਾਂਗੇ ਲੈਟਿਸ ਡਿਸਟਰਬ ਹੋਣਗੇ ਪੁਆਇੰਟਸ ਉਹਦੇ ਤੇ ਉਹ ਕੀ ਟਰੈਵਲ ਕਰਨਗੇ ਅੰਦਰ ਫੋਨੋਨ। ਦੋ ਤਰ੍ਹਾਂ ਦੇ ਫੋਨੋਨ ਪੋਸੀਬਲ ਹੈ ਕਿਹੜੇ ਕਿਹੜੇ ਅਕੋਸਟਿਕ ਦੂਜੇ ਕਿਹੜੇ ਹੈ ਆਪਟੀਕਲ।
ਆਰਟੀਕਲ ਲੱਗਾ ਸੀ ਕਿ ਜੇ ਲਾਈਟ ਲੈਟਿਸ ਤੇ ਪੈਂਦੀ ਹੈ, ਲਾਈਟ ਅਗਰ ਵਿਜ਼ੀਬਲ ਹੋਵੇ ਤਾਂ ਫੋਟੋਨ ਆਏਗਾ, ਜੇ ਐਕਸ-ਰੇ ਪੈਂਦੀ ਹੈ ਤਾਂ ਕਿਉਂ ਆਏਗਾ ਮੇਰੇ ਕੋਲ ਕੁਆਂਟਮ। ਤੇ ਅਸੀਂ ਐਕਸ-ਰੇ ਸਕੈਟਰਿੰਗ ਪੜ੍ਹੀ ਹੈ ਨਾ, ਉਦੋਂ ਅਸੀਂ ਸਟਰਕਚਰ ਪੜ੍ਹਦੇ ਪਏ ਸੀ, ਹੁਣ ਅਸੀਂ ਇਹਦੀ ਪ੍ਰੋਪਰਟੀ ਪੜ੍ਹਦੇ ਪਏ ਹਾਂ ਕਿ ਲੈਟਿਸ ਐਕਸ-ਰੇ ਜਦੋਂ ਇਨਸੀਡੈਂਟ ਹੋਏਗੀ ਤੇ ਅੰਦਰ ਕੀ ਕੀ ਚੀਜ਼ਾਂ ਹੋਣਗੀਆਂ। ਸੋ ਜਦੋਂ ਵੀ ਲੈਟਿਸ ਦੇ ਅੰਦਰ ਵਾਈਬ੍ਰੇਸ਼ਨ એનર્ਜੀ ਟਰੈਵਲ ਕਰੇਗੀ, ਕੌਣ ਕੈਰੀ ਕਰਕੇ ਲੈ ਕੇ ਜਾਏਗਾ એનર્ਜੀ ਨੂੰ? ਫੋਨੋਨ ਲੈ ਕੇ ਜਾਏਗਾ। ਕਿੰਨੇ ਤਰ੍ਹਾਂ ਦੇ ਫੋਨੋਨ ਪੜੇ? 2। ਇਹ ਅਸੀਂ ਕੀ ਕੱਢਿਆ, ਉਹ ਜਿਹੜਾ ਟਰੈਵਲਿੰਗ ਫੋਨੋਨ ਹੈਗਾ ਉਹਦੀ ਐਂਗੂਲਰ ਸਪੀਡ ਕਿੰਨੀ ਹੈ।